ਕਾਫਿਲਾ ਟੀਵੀ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਅਮਨਦੀਪ ਕੌਰ ਹੰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਲੈ ਕੇ ਹਾਜ਼ਰ ਹੋਈ ਹਾਂ ਜੀ ਪ੍ਰੋਗਰਾਮ ਅੰਮ੍ਰਿਤ ਸਾਗਰ, ਜਿਸ ਦੇ ਵਿੱਚ ਅਸੀਂ ਗੁਰਮਤਿ ਵਿਚਾਰ ਕਰਦੇ ਹਾਂ, ਸੋਚ ਵਿਚਾਰ ਕਰਦੇ ਹਾਂ ਤੇ ਹੋਰ ਚੰਗੇ ਵਿਚਾਰਾਂ ਵਾਲੀਆਂ ਗੱਲਾਂ ਕਰਦੇ ਹਾਂ ਜੀ। ਅੱਜ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੀਤ ਜਿਹੜਾ ਆ ਉਹ ਸੁਣਾਉਣਾ ਚਾਹੁੰਦੀ ਹਾਂ, ਜੋ ਕਿ ਇੱਕ ਧੀਆਂ ਦੇ ਉੱਤੇ ਪ੍ਰੇਰਿਤ ਹੈਗਾ ਆ, ਜੋ ਕਿ ਮੇਰੇ ਥੋੜੇ ਦਿਨ ਪਹਿਲਾਂ ਮੇਰੇ ਵਿਚਾਰ 'ਚ ਆਇਆ ਸੀਗਾ ਤੇ ਮੈਂ ਸੋਚਿਆ ਕਿ ਇਸ ਨੂੰ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਜਦੋਂ ਹੁਣ ਸ਼ੁਰੂਆਤ ਕਰਨ ਜਾਣੀ ਹੈ ਤੇ ਮੈਂ ਇਸ ਗੀਤ ਨਾਲ ਹੀ ਸ਼ੁਰੂਆਤ ਕਰੂੰਗੀ ਆਪਣੇ ਪ੍ਰੋਗਰਾਮ ਦੀ। ਸੋ ਇਹ ਗੀਤ ਮੈਂ ਸੁਣਾਉਣਾ ਚਾਹੁੰਦੀ ਹਾਂ। ਉਹਦੇ ਬਾਅਦ ਮੈਂ ਅੱਜ ਆਪਾਂ ਇੱਕ ਵਿਸ਼ੇ ਤੇ ਗੱਲ ਕਰਨ ਜਾ ਰਹੀ ਹਾਂ, ਉਹ ਵਿਸ਼ਾ ਹੈ ਸੋਚ ਵਿਚਾਰ। ਕਿ ਸਾਡੀ ਜੋ ਰੋਜ਼ਾਨਾ ਜ਼ਿੰਦਗੀ ਆ ਉਹਦੇ ਵਿੱਚ ਸਾਡੀ ਸੋਚ ਤੇ ਸਾਡੇ ਵਿਚਾਰ ਦੋਨੋਂ ਕਿਵੇਂ ਆਪਸ 'ਚ ਜਿਹੜੇ ਆ ਉਹ ਤਾਲਮੇਲ ਰੱਖਦੇ ਹੈਗੇ ਆ ਤੇ ਕਿਵੇਂ ਸਾਡੀ ਜ਼ਿੰਦਗੀ ਜਿਹੜੀ ਆ ਉਹ ਇੱਕ ਮਤਲਬ ਕਿ ਪੋਜ਼ਿਟਿਵਿਟੀ ਔਰ ਨੈਗੇਟਿਵਿਟੀ ਦੇ ਵਿੱਚ ਜਿਹੜੀ ਆ ਉਹ ਚੇਂਜ ਹੁੰਦੀ ਆ। ਸੋ ਗੁਰਬਾਣੀ ਵਿੱਚ ਵੀ ਲਿਖਿਆ ਹੈ, ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ। ਤੁਸੀਂ ਕਿੰਨਾ ਵੀ ਸੋਚੋ, ਕਿੰਨਾ ਵੀ ਕਰੋ, ਜਿੰਨੀ ਦੇਰ ਤੱਕ ਤੁਸੀਂ ਮਤਲਬ ਕਿ ਜਿੰਨਾ ਵੀ ਤੁਸੀਂ ਸੋਚਦੇ ਹੋ ਸਮਝੋ ਕਿ ਉਹ ਆਪਣੇ ਉੱਪਰ ਹੀ ਤੁਸੀਂ ਜਾਂ ਨੈਗੇਟਿਵਿਟੀ ਨੂੰ ਹਾਵੀ ਕਰ ਦਿੰਦੇ ਹੋ ਜਾਂ ਪੋਜ਼ਿਟਿਵਿਟੀ ਨੂੰ। ਪਰ ਗੁਰਬਾਣੀ ਦੇ ਅਨੁਸਾਰ ਸੋਚੇ ਸੋਚ ਨਾ ਹੋਵੇ, ਜਿੰਨਾ ਮਰਜ਼ੀ ਸੋਚੋ ਤੁਹਾਡੇ ਸੋਚਿਆ ਕੁਛ ਨਹੀਂ ਹੋਣਾ। ਜੋ ਹੋਣਾ ਆ ਉਹ ਤੁਹਾਡੀ ਕਿਸਮਤ 'ਚ ਤੈਅ ਹੈਗਾ ਆ ਕਿ ਜੋ ਦੁੱਖ ਤਕਲੀਫ ਆਉਣੀ ਉਹ ਵੀ ਆਉਣੀ ਆ, ਜੋ ਸੁੱਖ ਆ ਉਹ ਵੀ ਆਉਣਾ ਆ। ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਸੋ ਜ਼ਿੰਦਗੀ ਦੇ ਵੀ ਸਮਝੋ ਕਿ ਦੋ ਪਹਿਲੂ ਹੈਗੇ ਨੇ, ਇੱਕ ਦੁੱਖ ਤੇ ਇੱਕ ਸੁੱਖ, ਠੀਕ ਆ। ਜੇ ਆਪਾਂ ਸੁੱਖ ਆ ਉਹਨੂੰ ਆਨੰਦ ਨਾਲ ਮਾਣਦੇ ਤੇ ਦੁੱਖ ਨੂੰ ਵੀ ਸਾਨੂੰ ਇੱਕ ਮਤਲਬ ਕਿ ਇੱਕ ਪੋਜ਼ਿਟਿਵਿਟੀ ਦੇ ਨਾਲ ਹੀ ਉਹਨੂੰ ਵੀ ਜਿਹੜਾ ਆ ਉਹ ਸਮਾਂ ਜਿਹੜਾ ਉਹਨੂੰ ਆਪਣੇ ਅਕੋਰਡਿੰਗਲੀ ਹੈਂਡਲ ਜਿਹੜਾ ਉਹ ਕਰਨਾ ਸਾਨੂੰ ਆਉਣਾ ਚਾਹੀਦਾ ਆ। ਸੋ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਦੀ ਹਾਂ ਕਿ ਇੱਕ ਵਿਅਕਤੀ ਸੀਗਾ, ਠੀਕ ਆ। ਉਹ ਵਿਅਕਤੀ ਦੀ ਕੀ ਆਦਤ ਹੁੰਦੀ ਸੀਗੀ ਕਿ ਉਹ ਸਾਰਿਆਂ ਨੂੰ ਰਸਤੇ 'ਚ ਜਾਂਦਿਆਂ ਜਾਂ ਕਿਤੇ ਵੀ ਕਿਸੇ ਨੂੰ ਮਿਲਦਾ ਸੀਗਾ ਤੇ ਉਹ ਹਮੇਸ਼ਾ ਸਤਿਕਾਰ ਨਾਲ ਹੀ ਬੁਲਾਉਂਦਾ ਸੀਗਾ, ਹੈ ਨਾ। ਪਿੰਡ 'ਚੋਂ ਲੰਘਣਾ ਉਹਨੇ ਹਰ ਇੱਕ ਨੂੰ ਸਤਿਕਾਰ ਨਾਲ ਬੁਲਾਉਣਾ, ਕਿਤੇ ਵੀ ਉਹਨੇ ਕਿਸੇ ਆਪਣੇ ਕੰਮ ਦੇ ਖੇਤਰ 'ਚ ਜਾਣਾ ਸਤਿਕਾਰ ਨਾਲ ਬੁਲਾਉਣਾ ਹੈ। ਇੱਕ ਤੇ ਹਮੇਸ਼ਾ ਕੀ ਹੁੰਦਾ ਸੀਗਾ ਕਿ ਇੱਕ ਵਿਅਕਤੀ ਜਦੋਂ ਪਿੰਡ ਦਾ ਹੀ ਸੀਗਾ ਤੇ ਜਦੋਂ ਉਹਨੇ ਲੰਘਣਾ ਨਾ ਤੇ ਉਹਨੂੰ ਮਤਲਬ ਕਿ ਸਤਿਕਾਰ ਨਾਲ ਬੁਲਾਉਣਾ ਹੈ ਨਾ, ਜਿਵੇਂ ਸਤਿ ਸ਼੍ਰੀ ਅਕਾਲ ਕਰਨੀ ਤੇ ਅੱਗੋਂ ਨੇ ਨਾ ਗਾਲੀ ਗਲੋਚ ਕਰਨਾ, ਹੈ ਨਾ। ਸੋ ਉਹਨੂੰ ਪਿੰਡ ਦੇ ਕਿੰਨੇ ਲੋਕਾਂ ਨੇ ਕਿਹਾ ਕਿ ਤੈਨੂੰ ਤੇ ਇਹ ਜਿਹੜਾ ਇਨਸਾਨ ਆ ਵੀ ਮਤਲਬ ਗਾਲੀ ਗਲੋਚ ਕਰਦਾ ਰਹਿੰਦਾ ਆ, ਵੀ ਤੂੰ ਇੰਨੇ ਸਤਿਕਾਰ ਨਾਲ ਇਹਨੂੰ ਬੁਲਾਉਂਦਾ ਹੈਗਾ ਆ। ਤੇ ਉਹਨੇ ਅੱਗੋਂ ਜਿਹੜਾ ਨਾ ਬੜੇ ਵਧੀਆ ਤਰੀਕੇ ਨਾਲ ਇੱਕ ਪੋਜ਼ਿਟਿਵਿਟੀ ਵਾਲਾ ਜਵਾਬ ਜਿਹੜਾ ਉਹ ਦੂਸਰੇ ਬੰਦੇ ਨੂੰ ਦਿੱਤਾ, ਹੈ ਨਾ। ਕਈ ਵਾਰੀ ਹੁੰਦਾ ਕਿ ਅਸੀਂ ਇੱਕ ਨੈਗੇਟਿਵਿਟੀ 'ਚ ਆ ਜਾਂਦੇ ਹਾਂ, ਉਹਨੇ ਮੈਨੂੰ ਨਹੀਂ ਬੁਲਾਇਆ, ਮੈਂ ਇਹ ਨਹੀਂ ਕਰਨਾ, ਮੈਂ ਆਹ ਨਹੀਂ ਕਰਨਾ, ਹੈ ਨਾ। ਉਹਨੇ ਕਿਹਾ ਕਿ ਜੇ ਉਹ ਬੰਦਾ ਆਪਣੀ ਸੋਚ ਦੇ ਅਨੁਸਾਰ ਆਪਣੇ ਨੇਚਰ ਨੂੰ ਨਹੀਂ ਬਦਲ ਸਕਦਾ, ਹੈ ਨਾ, ਕਿ ਉਹਦਾ ਜੇ ਨੇਚਰ ਰਹਿੰਦਾ ਕਿ ਵੀ ਇਹ ਉਹਨੇ ਗਾਲੀ ਗਲੋਚ ਕਰਨਾ ਤੇ ਮੈਂ ਉਹਦੇ ਵਾਸਤੇ ਇੱਕ ਇਕੱਲੇ ਪਰਸਨ ਲਈ ਆਪਣੇ ਨੇਚਰ ਨੂੰ ਕਿਉਂ ਬਦਲਾਂ, ਮੈਂ ਕਿਉਂ ਆਪਣੇ ਜਿਹੜੇ ਬੋਲ ਬਾਣੀ ਆ ਉਹਨੂੰ ਆਪਣੇ ਗਲਤ ਕਰਾਂ। ਵੱਧ ਤੋਂ ਵੱਧ ਕੀ ਹੋਊਗਾ ਕਿ ਮੈਂ ਉਸ ਇਨਸਾਨ ਨੂੰ ਬੁਲਾਉਂਗਾ ਹੀ ਨਹੀਂ, ਹੈ ਨਾ। ਉਸ ਇਨਸਾਨ ਤੋਂ ਥੋੜਾ ਜਿਹਾ ਪਰੇ ਰਹੂੰਗਾ ਤੇ ਮੈਂ ਆਪਣਾ ਜਿਹੜਾ ਉਹਨੂੰ ਗਾਲੀ ਗਲੋਚ ਦੇ ਬਦਲੇ ਗਾਲੀ ਗਲੋਚ ਨਹੀਂ ਕਰ ਸਕਦਾ। ਸੋ ਮੇਰਾ ਇਹ ਨੇਚਰ ਹੈਗਾ, ਮੈਂ ਇਹਨੂੰ ਬਦਲ ਨਹੀਂ ਸਕਦਾ। ਸੋ ਇਸ ਤਰ੍ਹਾਂ ਹੀ ਹੈ ਜ਼ਿੰਦਗੀ ਵਿੱਚ। ਤੁਹਾਡੀ ਜ਼ਿੰਦਗੀ 'ਚ ਅਗਰ ਕੋਈ ਤੁਹਾਨੂੰ ਲੱਗਦਾ ਆ ਕਿ ਵੀ ਸਾਨੂੰ ਆਹ ਵਾਲੇ ਬੰਦੇ ਤੋਂ ਨੈਗੇਟਿਵਿਟੀ ਆ ਰਹੀ ਆ ਜਾਂ ਆਹ ਨੇਚਰ ਸਾਡੇ ਲਈ ਨਹੀਂ ਸਹੀ, ਆਪਾਂ ਇਸ ਤਰੀਕੇ ਨੂੰ ਆਪਣੇ ਆਪ ਤੇ ਸਟ੍ਰੈਸ ਨੂੰ ਹਾਵੀ ਨਹੀਂ ਕਰਨਾ। ਉਹਦੇ ਨਾਲ ਕੀ ਹੋਊਗਾ, ਤੁਸੀਂ ਜਿੰਨਾ ਸੋਚੋਗੇ ਓਨਾ ਤੁਹਾਡਾ ਆਪਣੇ ਆਲਾ ਦੁਆਲੇ ਦਾ ਜਿਹੜਾ ਸੰਤੁਲਨ ਆ ਉਹ ਵਿਗੜੂਗਾ। ਵੱਧ ਤੋਂ ਵੱਧ ਕੀ ਆ ਕਿ ਤੁਸੀਂ ਬਸ ਉਸ ਇਨਸਾਨ ਤੋਂ ਬਿਨਾਂ ਕੁਛ ਮਤਲਬ ਬੁਰਾ ਭਲੇ ਕਹੇ ਉਸ ਤੋਂ ਪਿੱਛੇ ਹੋ ਜਾਓ, ਤਾਂ ਕਿ ਤੁਸੀਂ ਵੀ ਆਪਣੀ ਜਗ੍ਹਾ ਖੁਸ਼ ਹੋ, ਉਹ ਵੀ ਆਪਣੀ ਜਗ੍ਹਾ ਖੁਸ਼ ਆ। ਤੁਸੀਂ ਵੀ ਆਪਣੇ ਆਪ ਨੂੰ ਹਮੇਸ਼ਾ ਆਪਣੇ ਆਲਾ ਦੁਆਲਾ ਜਿਹੜਾ ਤੁਹਾਡਾ ਹੈਗਾ ਉਹਨੂੰ ਪੋਜ਼ਿਟਿਵਿਟੀ 'ਚ ਰੱਖਣਾ ਤੇ ਉਹ ਇਨਸਾਨ ਵੀ ਰੱਖੂਗਾ। ਸੋ ਹਮੇਸ਼ਾ ਸਾਨੂੰ ਚੰਗੀ ਸੋਚ, ਚੰਗੇ ਵਿਚਾਰ ਜਿਹੜੇ ਆ ਉਹ ਰੱਖਣੇ ਚਾਹੀਦੇ ਹੈਗੇ ਆ। ਮਤਲਬ ਕਿ ਇਹ ਨਹੀਂ ਕਿ ਸਾਨੂੰ ਕਿਸੇ ਨੇ ਮਾੜਾ ਕਿਹਾ ਤੇ ਅਸੀਂ ਅੱਗੋਂ 2 ਵਾਰੀ ਫੇਰ ਅੱਗੋਂ ਮਾੜਾ ਬੋਲਣਾ ਆ। ਸੋ ਆਪਣੇ ਆਪ ਨੂੰ ਹਮੇਸ਼ਾ ਪੋਜ਼ਿਟਿਵਿਟੀ ਵਿੱਚ ਹੀ ਰੱਖਣਾ ਹੈ। ਇੱਕ ਵਾਰੀ ਕੀ ਹੁੰਦਾ ਕਿ ਇੱਕ ਬੱਚਾ ਆਪਣੇ ਪਿਤਾ ਨਾਲ ਜਾ ਰਿਹਾ ਹੁੰਦਾ ਹੈ ਨਾ,
ਉਹਨੇ ਹੱਥ ਵਿੱਚ 2 ਸੇਬ ਫੜੇ ਹੁੰਦੇ ਆ ਤੇ ਉਸ ਦੇ ਪਿਤਾ ਜੀ ਉਹਨੂੰ ਕਹਿੰਦੇ ਕਿ ਇੱਕ ਸੇਬ ਮੈਨੂੰ ਦੇ ਦੇ ਕਿ ਮੈਨੂੰ ਵੀ ਭੁੱਖ ਲੱਗੀ ਆ ਹੈਨਾ। ਉਹ ਕਹਿੰਦਾ ਕਿ ਉਹ ਫਟਾਫਟ ਕੀ ਕਰਦਾ, ਜਿਸ ਤਰ੍ਹਾਂ ਹੀ ਉਹਦੇ ਪਿਤਾ ਜੀ ਉਹਨੂੰ ਇਹ ਗੱਲ ਕਹਿੰਦੇ, ਉਹ ਸੇਬ ਜਿਹੜਾ ਆਪਣੇ ਮੂੰਹ 'ਚ ਪਾ ਕੇ ਤੇ ਥੋੜਾ ਜਿਹਾ ਖਾ ਜਾਂਦਾ ਆ ਹੈਨਾ। ਉਹਨੂੰ ਹੁੰਦਾ ਕਿ ਹਾਂ ਵੀ ਹੁਣ ਮੈਂ ਇੱਕ ਸੇਬ ਜਿਹੜਾ ਆ ਇਹ ਖਾਦਾ ਆ ਤੇ ਦੂਸਰਾ ਸੇਬ ਜਿਹੜਾ ਆ ਉਹਨੂੰ ਵੀ ਫਟਾਫਟ ਖਾ ਜਾਂਦਾ। ਉਹਦੇ ਪਿਤਾ ਇੰਨਾ ਹੀ ਹਜੇ ਕਹਿੰਦੇ ਕਿ ਹਾਂ ਵੀ ਚੱਲ ਮੈਨੂੰ ਆਹ ਸੇਬ ਦੇ ਦੇ ਹੈਨਾ, ਉਹ ਦੂਸਰੇ ਨੂੰ ਵੀ ਥੋੜਾ ਜਿਹਾ ਖਾ ਜਾਂਦਾ ਹੈ ਨਾ। ਫਿਰ ਉਹਦੇ ਪਿਤਾ ਨਾ ਉਹਦੇ ਵੱਲ ਬੜੀ ਹੈਰਾਨੀ ਨਾਲ ਦੇਖਣ ਲੱਗ ਜਾਂਦੇ ਕਿ ਵੀ ਮੈਂ ਇੱਕ ਸੇਬ ਮੰਗ ਰਿਹਾ ਆ ਤੇ ਮੈਨੂੰ ਦੇ ਨਹੀਂ ਰਿਹਾ, ਮਤਲਬ ਆਪਣੇ ਅੰਦਰ ਇੱਕ ਨੈਗੇਟਿਵਿਟੀ ਥਾਟਸ ਜਿਹੜੇ ਆ ਉਹ ਲੈ ਕੇ ਆਉਣਾ ਸ਼ੁਰੂ ਹੋ ਜਾਂਦੇ ਆ। ਥੋੜੀ ਦੇਰ ਬਾਅਦ ਕੀ ਹੁੰਦਾ ਕਿ ਉਹ ਬੱਚਾ ਜਿਹੜਾ ਹੁੰਦਾ ਨਾ ਕਿ ਉਹ ਆ ਕੇ ਆਪਣੇ ਪਿਤਾ ਜੀ ਨੂੰ ਕਹਿੰਦਾ ਆ ਕਿ ਵੀ ਤੁਸੀਂ ਮੇਰੇ ਬਾਰੇ ਜੋ ਵੀ ਸੋਚ ਰਹੇ ਹੋ ਤੇ ਆ ਜਿਹੜਾ ਸੇਬ ਹੈ ਨਾ ਇਹ ਖਾਓ, ਕਿਉਂਕਿ ਇਹ ਸੇਬ ਮਿੱਠਾ ਹੈਗਾ, ਇਹ ਖੱਟਾ ਹੈਗਾ ਹੈਨਾ। ਕਿ ਉਹ ਆਪਣੇ ਪਿਤਾ ਨੂੰ ਉਹ ਸੇਬ ਦੇਣਾ ਚਾਹੁੰਦਾ ਸੀਗਾ ਕਿ ਜਿਹਦਾ ਸਵਾਦ ਜਿਹੜਾ ਉਹ ਮਿੱਠਾ ਹੋਇਆ ਨਾ। ਕਿ ਕਈ ਵਾਰੀ ਆਪਾਂ ਨਾ ਕਿਸੇ ਦੇ ਬਾਰੇ ਐਂ ਹੀ ਸੋਚਣਾ ਸ਼ੁਰੂ ਹੋ ਜਾਂਦੇ ਕਿ ਹਾਂ ਵੀ ਇਹ ਸਾਡੇ ਬਾਰੇ ਇਹ ਸੋਚ ਰਿਹਾ ਇਹ ਹੈ ਨਾ, ਵੀ ਆਪਾਂ ਪੂਰੀ ਗੱਲ ਨੂੰ ਜਿਹੜਾ ਪੂਰੇ ਤਰੀਕੇ ਨਾਲ ਤਹਿ ਤੱਕ ਜਿਹੜਾ ਉਹ ਨਹੀਂ ਸੋਚਦੇ ਹੈਗੇ ਵੀ ਹਾਂ ਕੀ ਸਿਚੁਏਸ਼ਨਸ ਹੈਗੀਆਂ ਨੇ ਕੀ ਨਹੀਂ ਹੈਗੀਆਂ ਨੇ ਹੈ। ਸੋ ਇਸੇ ਕਰਕੇ ਕਿ ਉਹ ਇੱਕ ਬੱਚੇ ਦੀ ਇਸ ਛੋਟੀ ਜਿਹੀ ਸਟੋਰੀ ਤੋਂ ਇਹ ਮੋਰਲ ਆ ਕਿ ਵੀ ਸਾਨੂੰ ਹਮੇਸ਼ਾ ਜ਼ਿੰਦਗੀ 'ਚ ਜਲਦਬਾਜ਼ੀ 'ਚ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਹਮੇਸ਼ਾ ਆਪਣੇ ਆਪ ਨੂੰ ਟਾਈਮ ਦੇ ਕੇ ਸੋਚੋ ਕਿ ਹਾਂ ਵੀ ਅਸੀਂ ਜੋ ਵੀ ਫੈਸਲਾ ਲੈ ਰਹੇ ਹਾਂ, ਜੋ ਵੀ ਡਿਸੀਜ਼ਨ ਲੈ ਰਹੇ ਹਾਂ ਉਹ ਸਹੀ ਲੈ ਰਹੇ ਹੈਗੇ ਆ। ਕਿ ਸਾਨੂੰ ਇਸ ਚੀਜ਼ 'ਚ ਕੋਈ ਭਾਵੇਂ ਛੋਟਾ ਜਿਹਾ ਵੀ ਕੋਈ ਡਿਸੀਜ਼ਨ ਕਿਉਂ ਨਹੀਂ ਆ, ਇਹ ਜ਼ਰੂਰ ਸੋਚੋ ਕਿ ਸਾਨੂੰ ਇਹਦੇ ਵਿੱਚ ਕੁਝ ਗਲਤ ਨਹੀਂ ਹੋਊਗਾ, ਸਾਨੂੰ ਕੋਈ ਨੁਕਸਾਨ ਤਾਂ ਨਹੀਂ ਹੋਊਗਾ। ਕਿਉਂਕਿ ਜਦੋਂ ਫਿਰ ਤੁਹਾਨੂੰ ਨੁਕਸਾਨ ਹੋਊਗਾ ਤੇ ਫਿਰ ਤੁਸੀਂ ਸੋਚੋਗੇ ਆਪਣੇ ਆਪ ਨੂੰ, ਫਿਰ ਉਹੀ ਸਟ੍ਰੈਸ ਲਿਆਓਗੇ ਤੇ ਜੋ ਕਿ ਤੁਹਾਡੇ ਨੇਚਰ ਨੂੰ ਤੁਹਾਡੇ ਸੋਚ ਵਿਚਾਰਾਂ 'ਚ ਨਕਾਰਾਤਮਕ ਊਰਜਾ ਜਿਹੜੀ ਆ ਉਹ ਪੈਦਾ ਕਰੂ, ਨੈਗੇਟਿਵਿਟੀ ਕ੍ਰੀਏਟ ਕਰਦਾ ਹੈ ਨਾ। ਬਹਿਸਬਾਜੀ, ਹਮੇਸ਼ਾ ਬਹਿਸਬਾਜੀ ਤੋਂ ਦੂਰ ਰਹੋ। ਆਪਾਂ ਕਿੰਨੇ ਇਨਸੀਡੈਂਟ ਸੁਣਦੇ ਆ ਹੁਣ ਕਿ ਛੋਟੀ ਜੀ ਬਹਿਸ ਹੁੰਦੀ ਆ ਤੇ ਮਤਲਬ ਕਿ ਇੰਨਾ ਵੱਡਾ ਨੁਕਸਾਨ ਹੋ ਜਾਂਦਾ ਜੋ ਕਿ ਅਸੀਂ ਬਾਅਦ ਵਿੱਚ ਉਸ ਨੁਕਸਾਨ ਨੂੰ ਭੁਲਾ ਹੀ ਨਹੀਂ ਸਕਦੇ ਹੈਗੇ ਹਨਾ। ਬਹਿਸਬਾਜੀ ਤੋਂ ਹਮੇਸ਼ਾ ਦੂਰ ਰਹਿਣਾ ਹੈਗਾ। ਇੱਕ ਵਾਰੀ ਕੀ ਹੁੰਦਾ ਕਿ ਇੱਕ ਜੰਗਲ ਦੇ ਵਿੱਚ ਨਾ ਇੱਕ ਗਧਾ ਹੁੰਦਾ ਆ ਤੇ ਇੱਕ ਹੁੰਦਾ ਆ ਕੀ ਕਹਿੰਦੇ ਨੂੰ ਲੂੰਬੜੀ ਹੁੰਦੀ ਆ। ਦੋਨੋਂ ਹੀ ਆਪਸ 'ਚ ਇੱਕ ਚਲਾਕ ਹੈਗੇ ਆ ਹਨਾ। ਗਧਾ ਜਿਹੜਾ ਉਹਨੇ ਬਸ ਮੂਰਖਤਾ ਹੀ ਦਿਖਾਉਣੀ ਗੀ ਤੇ ਜਿਹੜੀ ਲੂੰਬੜੀ ਉਹਦਾ ਕੰਮ ਕੀ ਹਾਂ ਵੀ ਚਲਾਕੀ ਚੁਸਤੀ ਦਿਖਾਉਣੀ ਆ ਹਨਾ। ਉਹ ਨਾ ਇੱਕ ਦੂਜੇ ਨਾਲ ਬਹਿਸਬਾਜੀ ਕਰੀ ਜਾਂਦੇ ਆ। ਉਹ ਲੂੰਬੜੀ ਜਿਹੜੀ ਆ ਉਹ ਕਹਿੰਦੀ ਕਿ ਅਸਮਾਨ ਦਾ ਜਿਹੜਾ ਰੰਗ ਹੁੰਦਾ ਉਹ ਨੀਲਾ ਹੁੰਦਾ ਆ। ਗਧਾ ਕਹਿੰਦਾ ਕਿ ਨਹੀਂ, ਜਿਹੜਾ ਅਸਮਾਨ ਦਾ ਰੰਗ ਹੁੰਦਾ ਆ ਉਹ ਲਾਲ ਹੁੰਦਾ ਹੈ ਨਾ। ਕਿਉਂਕਿ ਉਹਨੂੰ ਤੇ ਕੁਝ ਪਤਾ ਹੀ ਨਹੀਂ, ਉਹਨੇ ਮੂਰਖ ਬਣਾਉਣਾ ਹੈਗਾ ਹਨਾ। ਤੇ ਉਹ ਕੀ ਹੁੰਦਾ ਕਿ ਦੋਨੋਂ ਜਣੇ ਆਪਸ 'ਚ ਇੰਨਾ ਬਹਿਸਦੇ ਕਿ ਜਿਹੜੀ ਇਹ ਗੱਲ ਹੁੰਦੀ ਆ ਉਹ ਸ਼ੇਰ ਦੇ ਤੱਕ ਪਹੁੰਚ ਜਾਂਦੀ, ਜਿਹੜਾ ਕਿ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ ਨਾ। ਜਦੋਂ ਉਹਦੇ ਤੱਕ ਪਹੁੰਚਦੀ ਆ ਤੇ ਕੀ ਹੁੰਦਾ ਕਿ ਵੀ ਉਹ ਕਹਿੰਦਾ ਆ ਕਿ ਵੀ ਉਹ ਸਜ਼ਾ ਕਿਹਨੂੰ ਦਿੰਦਾ, ਲੂੰਬੜੀ ਨੂੰ। ਕਿਉਂ ਦਿੰਦਾ? ਲੂੰਬੜੀ ਕਹਿੰਦੀ ਕਿ ਮੈਂ ਤੇ ਸਹੀ ਬੋਲਿਆ ਹੈਗਾ, ਮੈਂ ਤੇ ਸੱਚ ਬੋਲ ਰਹੀ ਹੈਗੀ ਆ ਕਿ ਵੀ ਅਸਮਾਨ ਜਿਹੜਾ ਉਹ ਨੀਲਾ ਹੁੰਦਾ ਆ ਨਾ। ਤੇ ਅੱਗੋਂ ਜਿਹੜਾ ਸ਼ੇਰ ਹੁੰਦਾ ਆ ਨਾ ਉਹ ਕਹਿੰਦਾ ਕਿ ਤੈਨੂੰ ਇਸੇ ਗੱਲ ਦੀ ਹੀ ਸਜ਼ਾ ਮਿਲੀ ਆ ਕਿ ਤੂੰ ਇੱਕ ਮਤਲਬ ਕਿ ਮੂਰਖ ਪ੍ਰਾਣੀ ਦੇ ਨਾਲ ਬਹਿਸ ਕਰ ਰਹੀ ਆ। ਕਿ ਮੂਰਖਤਾ ਹੀ ਇਸੇ ਵਿੱਚ ਹੈਗੀ ਕਿ ਤੁਸੀਂ ਬਹਿਸ ਕਰ ਰਹੇ ਹੋ ਹਨਾ। ਕਿ ਕਦੀ ਬਹਿਸਬਾਜੀ ਦੇ ਚੱਕਰ 'ਚ ਨਾ ਪਾਓ। ਆਪਾਂ ਕਿੰਨਾ ਕੁਛ ਦੇਖਦੇ ਹੈਗੇ, ਕਿੰਨੀਆਂ ਨਿਊਜ਼ ਸੁਣਦੇ ਹੈਗੇ ਆ ਕਿ ਵੀ ਕਿੰਨੇ ਮਤਲਬ ਕਿ ਬੁਰੇ ਤਰੀਕੇ ਨਾਲ ਇਨਸੀਡੈਂਟ ਹੁੰਦੇ ਹੈਗੇ ਜਿਨ੍ਹਾਂ ਤੋਂ ਬਾਅਦ 'ਚ ਸਾਡੇ ਕੋਲ ਪਛਤਾਵੇ ਤੋਂ ਇਲਾਵਾ ਕੁਛ ਨਹੀਂ ਰਹਿ ਜਾਂਦਾ ਹੈ ਨਾ। ਸੋ ਆਪਾਂ ਖੁਦ ਹੀ ਆਪਣੀ ਸੇਫਟੀ ਕਰਨੀ ਹੈ, ਖੁਦ ਹੀ ਆਪਣੇ ਆਪ ਨੂੰ ਨੁਕਸਾਨ ਤੋਂ ਬਚਾਉਣਾ ਹੈਗਾ ਆ। ਖੁਦ ਹੀ ਆਪਾਂ ਆਪਣੇ ਆਪ ਨੂੰ ਪੋਜ਼ਿਟਿਵਿਟੀ 'ਚ ਹਮੇਸ਼ਾ ਰੱਖਣਾ ਹੈ। ਭਾਵੇਂ ਛੋਟੀ ਜਿਹੀ ਵੀ ਕੋਈ ਗੱਲ ਆ, ਹਮੇਸ਼ਾ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ। ਵੱਧ ਤੋਂ ਵੱਧ ਕੀ ਹੈਗਾ ਕਿ ਤੁਸੀਂ ਉਸ ਨੈਗੇਟਿਵਿਟੀ ਵਿੱਚੋਂ ਬਾਹਰ ਨਿਕਲ ਜਾਓ ਜਿੱਥੇ ਤੁਹਾਨੂੰ ਲੱਗਦਾ ਕਿ ਮੇਰਾ ਇਹ ਆਲਾ ਦੁਆਲਾ ਮੇਰਾ ਮਾਹੌਲ ਜਿਹੜਾ ਖਰਾਬ ਹੋਊਗਾ ਜਾਂ ਮੈਂ ਨੈਗੇਟਿਵਿਟੀ ਵਿੱਚ ਜਾ ਰਿਹਾ ਹਾਂ ਜਾਂ ਜਾ ਰਹੀ ਹਾਂ ਨਾ। ਸੋ ਆਪਣੇ ਆਪ ਨੂੰ ਹਮੇਸ਼ਾ ਖੁਸ਼ ਰੱਖੋ। ਇੱਕ ਵਾਰੀ ਮੈਂ ਦੇਖਿਆ ਕਿ ਇੱਕ ਮੈਂ ਪਿੱਛੇ ਜੇ ਮੈਂ ਆਪਣੀ ਫਰੈਂਡਸ 'ਚ ਬੈਠੀ ਸੀਗੀ ਤੇ ਬੈਠੇ ਬੈਠੇ ਵੈਸੇ ਹੀ ਨਾ ਚਰਚਾ ਹੋਈ ਕਿ ਵੀ ਜਿਹੜਾ ਹੁਣੇ ਪਿੱਛੇ ਜੇ ਹੋਇਆ ਸੀਗਾ ਕਾਂਡ ਹੋਇਆ ਸੀਗਾ ਸਿੱਧੂ ਮੂਸੇਵਾਲੇ ਜੀ ਦਾ, ਉਹਨਾਂ ਬਾਰੇ ਅਸੀਂ ਗੱਲ ਕਰ ਰਹੇ ਸੀਗੇ ਕਿ ਬਹੁਤ ਹੀ ਬੁਰਾ ਕੀਤਾ ਜਿਨ੍ਹਾਂ ਨੇ ਵੀ ਕੀਤਾ। ਬਹੁਤ ਹੀ ਸਾਨੂੰ ਦੁੱਖ ਲੱਗਿਆ, ਤਹਿ ਦਿਲ ਤੋਂ ਦੁੱਖ ਲੱਗਿਆ ਕਿ ਵੀ ਇੱਕ ਮਾਂ ਤੇ ਪਿਤਾ ਦਾ ਜਿਹੜਾ ਇਕੱਲਾ ਪੁੱਤਰ ਆ ਹੈ ਨਾ ਉਹ ਉਹਨਾਂ ਦੇ ਮਤਲਬ ਕਿ ਜੀਵਨ 'ਚੋਂ ਉਹਨਾਂ ਦੇ ਵਿੱਚ ਨਹੀਂ ਰਿਹਾ ਹੈਗਾ। ਕਿਉਂਕਿ ਮੈਂ ਇਸ ਚੀਜ਼ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝ ਸਕਦੀ ਹਾਂ। ਜਦੋਂ ਮੇਰੇ ਮੰਮੀ ਪਾਪਾ ਐਕਸਪਾਇਰ ਹੋ ਗਏ ਸੀਗੇ ਤੇ ਮੈਨੂੰ ਪਿੱਛੇ ਇਕੱਲਾ ਮੇਰਾ ਬ੍ਰਦਰ ਹੀ ਦਿਸਦਾ ਸੀਗਾ ਕਿ ਮੇਰੀ ਆਪਣੀ ਫੈਮਿਲੀ ਜਿਹੜੀ ਬੈਕ ਹੋਮ ਫੈਮਿਲੀ ਆ ਉੱਥੋਂ ਮੇਰਾ ਬ੍ਰਦਰ ਆ
ਤੇ ਜਦੋਂ ਉਹ ਵੀ ਐਕਸਪਾਇਰ ਹੋ ਗਿਆ ਤੇ ਮੈਂ ਇੰਡੀਆ ਆਪਣੇ ਫੈਮਿਲੀ ਨਾਲ ਗਈ ਸੀਗੀ ਤੇ ਘਰ ਦੇ ਵਿੱਚ ਇੰਨੀ ਸੁੰਨਸਾਨ ਲੱਗਦੀ ਸੀਗੀ, ਘਰ 'ਚ ਮਨ ਹੀ ਨਹੀਂ ਲੱਗਦਾ ਸੀਗਾ ਕਿ ਉਸ ਘਰ ਦੇ ਵਿੱਚ ਇੱਕ ਪਲ ਵੀ ਰੁਕੋ, ਕਿਉਂਕਿ ਉਹ ਘਰ ਜਿੱਥੇ ਮਤਲਬ ਕਿ ਆਪਾਂ ਆਪਣਾ ਬਚਪਨ ਗੁਜ਼ਾਰਿਆ, ਮਾਤਾ ਪਿਤਾ ਦੇ ਨਾਲ ਆਪਾਂ ਹੱਸੇ ਖੇਡੇ ਆ, ਕਈ ਪਲ ਸਾਡੇ ਦੁੱਖ ਦੇ ਆਏ ਸੁੱਖ ਦੇ ਆਏ ਹਨਾ, ਉਸ ਘਰ ਦੇ ਵਿੱਚ ਇਕੱਲੇ ਰਹਿਣਾ ਬਹੁਤ ਔਖਾ ਆ। ਸੋ ਉਹਨਾਂ ਤੇ ਜਿਹੜਾ ਹੁਣ ਇਹ ਦੁੱਖ ਆਇਆ ਹੈ ਨਾ, ਇਹ ਦੁੱਖ ਵੀ ਬਹੁਤ ਪਹਾੜ ਜਿਹਾ ਦੁੱਖ ਆ, ਪਰ ਫਿਰ ਵੀ ਮੈਂ ਕਿਹਾ ਉਸ ਮਾਤਾ ਪਿਤਾ ਨੂੰ ਦੇਖ ਕੇ ਕਿ ਵੀ ਉਹਨਾਂ ਦੇ ਪਿਤਾ ਦੀ ਕਿੰਨੀ ਵੱਡੀ ਬਹਾਦਰੀ ਹੈਗੀ ਹੈ ਕਿ ਜਿਨ੍ਹਾਂ ਨੇ ਮਤਲਬ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਕੇ ਨਾ ਤੇ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਉਹ ਚੀਜ਼ ਨੂੰ ਫੇਸ ਕੀਤਾ ਹੈਗਾ। ਸੋ ਦੁੱਖ ਜਿਹੜਾ ਹੈ ਨਾ ਉਹਨਾਂ ਦਾ ਬਹੁਤ ਵੱਡਾ ਹੈਗਾ। ਤੇ ਅਸੀਂ ਜਦੋਂ ਬੈਠੇ ਸੀਗੇ ਤੇ ਬੈਠੇ ਬੈਠੇ ਵਿਚਾਰ ਕਰਦੇ ਸੀਗੇ ਹਨਾ ਕਿ ਹਮੇਸ਼ਾ ਆਪਾਂ ਨਾ ਜੇ ਚਾਹੀਏ ਨਾ ਕਿ ਆਪਾਂ ਕੀ ਤਰੱਕੀ ਕਰੀਏ, ਤੇ ਸੋ ਇਹ ਚੀਜ਼ ਨੂੰ ਵੇਖ ਕੇ ਆਪਾਂ ਸੋਚਦੇ ਹਾਂ ਕਿ ਤਰੱਕੀ ਵੀ ਕਿਸ ਕੰਮ ਦੀ ਕਿ ਜਿਹੜੀ ਇੱਕ ਮਤਲਬ ਕਿ ਸਾਨੂੰ ਉਸ ਦੇ ਬਦਲੇ ਕਿ ਜ਼ਿੰਦਗੀ ਹੀ ਗਵਾਉਣੀ ਪੈ ਜੇ ਹਨਾ। ਸੋ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਵੀ ਸੱਚ ਜਿਹੜਾ ਨਾ ਅੱਜ ਦੇ ਟਾਈਮ ਦੇ ਵਿੱਚ ਸੱਚ ਦਾ ਕੋਈ ਮੋਲ ਹੀ ਨਹੀਂ ਰਹਿ ਗਿਆ, ਸੱਚ ਨੂੰ ਕੋਈ ਸੁਣਨਾ ਪਸੰਦ ਹੀ ਨਹੀਂ ਕਰਦਾ, ਤੇ ਝੂਠ ਤੁਸੀਂ ਜਿੰਨਾ ਮਰਜ਼ੀ ਬੋਲੀ ਜਾਂਦੇ ਆ, ਝੂਠ ਨੂੰ ਮਤਲਬ ਕਿ ਸਮਝ ਜਾਂਦੇ ਆ। ਮੇਰੇ ਆਪਣਾ ਐਕਸਪੀਰੀਅੰਸ ਹੈਗਾ ਲਾਈਫ ਦਾ ਕਿ ਪਿੱਛੇ ਜੇ ਨਾ 2 ਮਹੀਨੇ ਪਹਿਲਾਂ ਦੀ ਗੱਲ ਆ ਕਿ ਮੈਨੂੰ ਨਾ ਮੇਰੀ ਇੱਕ ਫਰੈਂਡ ਨੇ ਮੇਰੇ ਤੋਂ ਹੈਲਪ ਮੰਗੀ ਕਿ ਮੈਨੂੰ ਨਾ ਐਵੇਂ ਇੱਥੇ ਜਾਣਾ ਹੈਗਾ ਆ ਹਸਪੀਟਲ ਤੇ ਮੈਨੂੰ ਡ੍ਰੌਪ ਕਰ ਦੇਣਾ। ਤੇ ਮੈਨੂੰ ਸੀਗਾ ਕਿ ਪਤਾ ਨਹੀਂ ਕਿੰਨਾ ਕੁ ਸਿਹਤ ਦਾ ਇਸ਼ੂ ਹੋਣਾ ਆ ਕਿ ਵੀ ਮੈਂ ਚਲੇਗੀ ਹਨਾ, ਵੀ ਮੈਂ ਕਿਹਾ ਨਹੀਂ ਮੈਂ ਜਾਣੀ ਆ, ਮੇਰੀ ਹੈਲਪ ਦੀ ਨੀਡ ਹੈਗੀ ਆ। ਤੇ ਮੈਂ ਆਪਣੇ ਬੱਚਿਆਂ ਨੂੰ ਨਾਲ ਬਿਠਾਇਆ, ਮੈਂ ਗਈ, ਉਸ ਦੀ ਹੈਲਪ ਕੀਤੀ ਕਿ ਹਾਂ ਵੀ ਨੂੰ ਹਸਪੀਟਲ ਡ੍ਰੌਪ ਕਰਨਾ ਆ। ਪਰ ਜਦੋਂ ਮੈਂ ਉਹਦੇ ਘਰੇ ਗਈ ਤੇ ਉਹ ਮੈਨੂੰ ਕਹਿੰਦੀ ਕਿ ਨਹੀਂ ਮੈਨੂੰ ਹਸਪੀਟਲ ਤੇ ਜਾਣਾ ਹੀ ਨਹੀਂ ਆ, ਮੈਨੂੰ ਤੇ ਬਸ ਕੰਮ ਤੇ ਛੱਡ ਦੇਣਾ, ਕਿ ਮੈਨੂੰ ਕੰਮ ਤੇ ਡ੍ਰੌਪ ਕਰ ਦੇਣਾ ਹੈ ਨਾ। ਕਿ ਵੀ ਕਈ ਵਾਰੀ ਸਾਨੂੰ ਮਤਲਬ ਕਿ ਜੇ ਉਹ ਮੈਨੂੰ ਸੱਚ ਬੋਲ ਦਿੰਦੀ ਕਿ ਹਾਂ ਵੀ ਨਹੀਂ ਮੈਨੂੰ ਛੱਡ ਆਉਣਾ, ਮੈਂ ਐਵੇਂ ਲੇਟ ਹੋ ਗਈ ਹਾਂ ਜਾਂ ਮੇਰੀ ਮਤਲਬ ਕਿ ਮੈਂ ਅੱਜ ਬੱਸ ਨਹੀਂ ਹੈਗੀ, ਤੇ ਮਤਲਬ ਕਿ ਆਪਾਂ ਨੂੰ ਖੁਸ਼ੀ ਹੁੰਦੀ ਕਿ ਹਾਂ ਵੀ ਉਹ ਸੱਚ ਬੋਲ ਰਹੀ ਹੈ ਤੇ ਮੈਂ ਛੱਡ ਕਿਉਂ ਨਹੀਂ ਆ। ਬਟ ਜੋ ਮੈਂ ਘਰੋਂ ਜਿਹੜੀ ਸਿਚੁਏਸ਼ਨ 'ਚ ਚੱਲੀ ਕਿ ਵੀ ਮੈਨੂੰ ਉਹ ਕਹਿ ਰਹੀ ਹੈ ਕਿ ਵੀ ਹਾਂ ਮੈਨੂੰ ਹਸਪੀਟਲ ਛੱਡਣਾ ਆ, ਤੇ ਮੈਂ ਉਸ ਤਰੀਕੇ ਨਾਲ ਉਹਨੂੰ ਛੱਡ ਕੇ ਆ ਰਹੀ ਹਾਂ ਹੈ ਨਾ। ਸੋ ਮਤਲਬ ਕਿ ਸੱਚ ਤੇ ਝੂਠ, ਹਮੇਸ਼ਾ ਸੱਚ ਬੋਲੋ, ਚਾਹੇ ਕੌੜਾ ਆ ਜਾਂ ਕਿਵੇਂ ਆ। ਮੈਂ ਇਹ ਸੋਚਦੀ ਹਾਂ ਕਿ ਜੇ ਸੱਚ ਬੋਲੋਗੇ ਨਾ ਤੇ ਹਮੇਸ਼ਾ ਆਪਾਂ ਆਪਣੀ ਜਗ੍ਹਾ ਸਹੀ ਰਵਾਂਗੇ ਨਾ ਕਿਤੇ ਸਾਨੂੰ ਉਹ ਜੀਵਨ 'ਚ ਉਸ ਟਾਈਮ ਤੇ ਨਾ ਸਾਨੂੰ ਪਰਮਾਤਮਾ ਜ਼ਰੂਰ ਹੀ ਵਸੀਲਾ ਇੱਕ ਮਦਦ ਕਰਦਾ ਜਦੋਂ ਸਾਨੂੰ ਸਭ ਤੋਂ ਜ਼ਿਆਦਾ ਨੀਡ ਹੁੰਦੀ ਆ ਉਸ ਹੈਲਪ ਦੀ। ਸੋ ਹਮੇਸ਼ਾ ਮੈਂ ਇਹੀ ਕਹੂੰਗੀ ਕਿ ਹਮੇਸ਼ਾ ਤੁਸੀਂ ਆਪਣੇ ਇਹੋ ਜਿਹੇ ਵਿਚਾਰ ਬਣਾਓ ਕਿ ਵੀ ਨਾ ਜਿਹੜੇ ਆਪਾਂ ਇਹ ਸੋਚੀਏ ਕਿ ਵੀ ਆਪਾਂ ਕਿਸੇ ਨੂੰ ਕੁਝ ਕਹਿ ਰਹੇ ਹਾਂ ਤੇ ਕਿਸੇ ਨੂੰ ਪਿੰਚ ਨਾ ਹੋਏ, ਮਤਲਬ ਕਿਸੇ ਨੂੰ ਸਾਡੀ ਵਜ੍ਹਾ ਨਾਲ ਕੋਈ ਦੁੱਖ ਨਾ ਲੱਗੇ। ਕਿਸੇ ਦੀ ਹੈਲਪ ਕਰੋ, ਇਸ ਤਰੀਕੇ ਨਾਲ ਹੈਲਪ ਕਰੋ ਕਿ ਅਗਲੇ ਨੂੰ ਇਹ ਨਾ ਜਤਾਓ ਕਿ ਹਾਂ ਵੀ ਅਸੀਂ ਉਸ ਤੇ ਕੋਈ ਅਹਿਸਾਨ ਕਰ ਰਹੇ ਹਾਂ। ਇਹ ਸੋਚੋ ਕਿ ਹਾਂ ਵੀ ਅੱਜ ਮੈਂ ਕਿਸੇ ਦੀ ਹੈਲਪ ਕਰੂੰ ਤੇ ਕੱਲ ਨੂੰ ਸ਼ਾਇਦ ਮੇਰੀ ਵੀ ਹੈਲਪ ਜਿਹੜੀ ਕਿਸੇ ਜ਼ਰੀਏ ਨਾਲ ਕਿਸੇ ਦੁੱਖ ਦੇ ਟਾਈਮ ਤੇ ਪਰਮਾਤਮਾ ਕਿਸੇ ਨਾ ਕਿਸੇ ਜ਼ਰੀਏ ਕਰੂਗਾ। ਸੋ ਇੱਕ ਵਾਰੀ ਕੀ ਹੁੰਦਾ ਕਿ ਬਹੁਤ ਸਾਰੇ ਲੋਕੀ ਹੁੰਦੇ ਆ, ਉਹ ਖੂਹ ਦੇ ਵਿੱਚ ਇੱਕ ਡੱਡੂ ਵੜਿਆ ਹੁੰਦਾ ਹੈ ਨਾ, ਉਹ ਡੱਡੂ ਦੇ ਉੱਤੇ ਇਧਰੋਂ ਜਾਂਦੇ ਪੱਥਰ ਮਾਰ ਦਿੰਦੇ, ਉਧਰੋਂ ਆਉਂਦੇ ਪੱਥਰ ਮਾਰ ਦਿੰਦੇ ਹੈ ਨਾ। ਸੋ ਉਹ ਨਾ ਡੱਡੂ ਨਾ ਮਤਲਬ ਕਿ ਆਪਣੇ ਆਪ ਨੂੰ ਬਚਾਵ ਕਰਦਾ ਹੈ, ਕਦੀ ਕਿਸੇ ਪਾਸੇ ਟੱਪ ਕੇ ਚਲ ਜਾਂਦਾ ਖੂਹ ਦੇ ਵਿੱਚ, ਕਦੀ ਕਿਸੇ ਪਾਸੇ ਟੱਪ ਕੇ ਚਲ ਜਾਂਦਾ। ਫਿਰ ਕੀ ਹੁੰਦਾ ਕਿ ਇੱਕ ਦਿਨ ਉਹ ਜਿਹੜਾ ਖੂਹ ਹੁੰਦਾ ਇੰਨਾ ਵੱਟੇ ਰੋੜਿਆਂ ਨਾਲ ਭਰ ਜਾਂਦਾ ਆ ਕਿ ਉਹ ਡੱਡੂ ਜਿਹੜਾ ਹੌਲੀ ਹੌਲੀ ਉੱਪਰ ਆ ਕੇ ਉਹ ਆਜ਼ਾਦ ਹੋ ਜਾਂਦਾ ਆ ਹੈ ਨਾ। ਆਜ਼ਾਦ ਹੋ ਗਿਆ ਮਤਲਬ ਕਿ ਉਹਨੂੰ ਜਿੰਨੇ ਵੱਟੇ ਵੱਜੇ, ਜਿੰਨਾ ਦੁੱਖ ਲੱਗਿਆ, ਓਨਾ ਹੀ ਉਹਨੂੰ ਮਤਲਬ ਕਿ ਸਹਿਣ ਕਰਨ ਦੇ ਬਾਅਦ ਇੱਕ ਉਹਦੇ ਲਈ ਇੱਕ ਨਵੀਂ ਸਵੇਰ ਆਈ। ਸੋ ਹਮੇਸ਼ਾ ਜੇ ਲੱਗੇ ਨਾ ਕਿ ਸਾਨੂੰ ਇਹ ਦੁੱਖ ਤਕਲੀਫ ਹੈਗਾ ਆ, ਕਿਸੇ ਨੂੰ ਇਹ ਨਾ ਕਹੋ ਕਿ ਹਾਂ ਵੀ ਤੂੰ ਸਾਡੇ ਦੁੱਖ 'ਚ ਆ ਕੇ ਸਾਡੀ ਮਦਦ ਕਰ। ਕਿਸੇ ਦੇ ਉੱਤੇ ਡਿਪੈਂਡ ਕਦੀ ਨਹੀਂ ਹੋਵੋ। ਆਪਣੇ ਆਪ ਨੂੰ ਇੰਨਾ ਸਟਰੋਂਗ ਰੱਖੋ, ਇੰਨਾ ਆਪਣੇ ਆਪ ਨੂੰ ਤਾਕਤਵਰ ਬਣਾ ਕੇ ਰੱਖੋ, ਆਪਣੀ ਸੋਚ ਨੂੰ ਇੰਨਾ ਪੋਜ਼ਿਟਿਵ ਰੱਖੋ ਕਿ ਤੁਸੀਂ ਇਹ ਸੋਚੋ ਕਿ ਵੀ ਤੁਹਾਡੇ ਤੇ ਕੋਈ ਦੁੱਖ ਵਾਲੀ ਸਿਚੁਏਸ਼ਨ ਹੈਗੀ ਨਾ, ਤੁਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾਉਣਾ ਕਿ ਤੁਸੀਂ ਇਹ ਸੋਚਣਾ ਹੈਗਾ ਕਿ ਮੈਂ ਆਪਣੇ ਆਪ ਦੀ ਖੁਦ ਹੈਲਪ ਕਰਨੀ ਹੈਗੀ ਆ, ਮੈਂ ਕਿਸੇ ਤੋਂ ਆਪਣਾ ਆਪ ਦਾ ਬੋਝ ਨਹੀਂ ਬਣਾਉਣਾ ਹੈਗਾ। ਹਮੇਸ਼ਾ ਇਸ ਖਾਸ ਕਰਕੇ ਆਪਣੀ ਸਿਹਤ ਨੂੰ ਜ਼ਰੂਰ ਵਧੀਆ ਰੱਖੋ। ਸਿਹਤ ਜੇ ਤੁਹਾਡੀ ਵਧੀਆ ਨਾ ਤੇ ਸਭ ਕੁਝ ਵਧੀਆ। ਇੱਕ ਵਾਰੀ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਬਹਿ ਗਏ ਮੰਜੇ ਤੇ ਕਿਸੇ ਤੇ ਬੋਝ ਬਣ ਗਏ ਤਾਂ ਹਮੇਸ਼ਾ ਲਈ ਤੁਸੀਂ ਇੱਕ ਮਤਲਬ ਕਿ ਇਹੋ ਜਿਹੀ ਜ਼ਿੰਦਗੀ ਜੀਓਗੇ ਜਿਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ
ਸਾਹਮਣਾ ਕਰਨਾ ਪੈਂਦਾ। ਸੋ ਹਮੇਸ਼ਾ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ, ਆਪਣੇ ਆਪ ਨੂੰ ਇਹ ਜੀ ਸੋਚ ਵਿੱਚ ਰੱਖੋ ਕਿ ਮੈਂ ਆਪ ਦੀ ਕੰਮ ਆਪ ਹੀ ਕਰਨੀ ਹੈਗੀ, ਕਿ ਮੈਂ ਕਿਸੇ ਤੇ ਡਿਪੈਂਡ ਨਹੀਂ ਹੋਣਾ, ਆਪਣੇ ਆਪ ਨੂੰ ਇੰਡੀਪੈਂਡੈਂਟ ਬਣਾ ਕੇ ਰੱਖਣਾ ਹੈਗਾ ਆ। ਜਿਵੇਂ ਇੱਕ ਪੰਛੀ ਹੁੰਦਾ ਹੈ ਨਾ, ਪੰਛੀ ਕੀ ਕਰਦਾ ਆ ਕਿ ਪੰਛੀ ਆਪਣੇ ਜਿਹੜੇ ਮਤਲਬ ਕਿ ਬੱਚੇ ਹੁੰਦੇ ਨਾ ਉਹਨਾਂ ਨੂੰ ਉੱਡਣਾ ਸਿਖਾਉਂਦਾ ਆ, ਉਡਾਰੀ ਮਾਰਨਾ ਸਿਖਾਉਂਦਾ ਆ, ਚੋਗਾ ਚੁਗਣਾ ਸਿਖਾਉਂਦਾ ਆ। ਉਹਨਾਂ ਵਾਸਤੇ ਆਲਣਾ ਨਹੀਂ ਬਣਾ ਸਕਦਾ, ਉਹ ਆਲਣਾ ਤੇ ਅੱਜ ਢੇਰੀ ਹੋ ਜਾਊਗਾ ਤੇ ਕੱਲ ਨੂੰ ਉਹ ਬੱਚਿਆਂ ਨੂੰ ਉਹਦਿਆਂ ਨੂੰ ਖੁਦ ਹੀ ਆਲਣਾ ਬਣਾਉਣਾ ਪੈਣਾ। ਸੋ ਹਮੇਸ਼ਾ ਆਪਣੇ ਆਪ ਨੂੰ ਵੀ ਇੱਕ ਚੰਗੇ ਵਿਚਾਰਾਂ 'ਚ ਰੱਖੋ ਤੇ ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦਿਓ, ਉਹਨਾਂ ਨੂੰ ਚੰਗਾ ਰਹਿਣ ਸਹਿਣ ਸਿਖਾਓ, ਚੰਗਾ ਮਤਲਬ ਕਿ ਉਹਨਾਂ ਨੂੰ ਆਲਾ ਦੁਆਲਾ ਸਿਖਾਓ, ਉਹਨਾਂ ਨੂੰ ਦੱਸੋ ਕਿ ਵੀ ਕੀ ਤੁਹਾਡੇ ਲਈ ਚੰਗਾ ਹੋ ਸਕਦਾ ਆ, ਕੀ ਤੁਹਾਡੇ ਲਈ ਮਾੜਾ ਹੋ ਸਕਦਾ ਹੈ, ਕਿਹੋ ਜਿਹੀ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਆ। ਬਾਕੀ ਸਭ ਕੁਝ ਆਪਣੇ ਆਪ ਉਹਨਾਂ ਨੇ ਬਣਾ ਲੈਣਾ ਹੈਗਾ। ਜਿਵੇਂ ਇੱਕ ਪੰਛੀ ਆ ਨਾ, ਪੰਛੀ ਸਿਰਫ ਉਹਨਾਂ ਨੂੰ ਉਡਾਰੀ ਮਾਰਨਾ ਸਿਖਾਉਂਦਾ ਹੈ, ਖਾਣਾ ਸਿਖਾਉਂਦਾ ਆ। ਸੇਮ ਤੁਸੀਂ ਵੀ ਆਪਣੇ ਬੱਚਿਆਂ ਨੂੰ ਇੱਕ ਸਿੱਖਿਆ ਤੇ ਉਹਨਾਂ ਨੂੰ ਇੱਕ ਦੁਨੀਆਦਾਰੀ ਸਿਖਾਉਣੀ ਹੈਗੀ ਆ, ਉਹਨਾਂ ਨੂੰ ਉਹਨਾਂ ਦੇ ਚੰਗੇ ਮਾੜੇ ਦੀ ਸੋਚ ਵਿਚਾਰ ਸਿਖਾਉਣੇ ਹੈਗੇ ਆ। ਸੋ ਕਬੀਰ ਸ਼ਲੋਕ ਹੈਗਾ ਆ ਕਬੀਰ ਜੀ ਦਾ, ਉਹਨਾਂ ਨੇ ਗੁਰਬਾਣੀ ਦੇ ਵਿੱਚ ਲਿਖਿਆ ਆ, ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੰਦਿਆ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ, 4 ਦਿਨਾਂ ਦਾ ਮੇਲਾ ਦੁਨੀਆ ਦਾ, ਫਿਰ ਮਿੱਟੀ ਦੀ ਬਣ ਜਾਣਾ ਢੇਰੀ। ਇਹ ਸਾਡਾ ਜੋ ਸਰੀਰ ਆ ਨਾ, ਇਹ ਇੱਕ ਮਿੱਟੀ ਹੈਗੀ ਆ। ਇਹਨੇ ਆਪਾਂ ਕਿੰਨਾ ਰੋਂਦੇ ਆ, ਹੱਸਦੇ ਆ, ਹੈ ਜ਼ਿੰਦਗੀ ਦੇ ਨਾ 2 ਪੇਜ, ਪਹਿਲਾ ਤੇ ਆਖਰੀ, ਉਹ ਪਰਮਾਤਮਾ ਦੁਆਰਾ ਲਿਖਿਆ ਜਾਂਦਾ ਹੈ। ਜਦੋਂ ਬੱਚਾ ਜਨਮ ਲੈਂਦਾ ਆ ਉਸ ਸਮਾਂ ਤੇ ਜਦੋਂ ਇੱਕ ਪ੍ਰਾਣੀ ਦੀ ਮੌਤ ਹੁੰਦੀ ਉਹ ਸਮਾਂ, ਉਹ ਦੋਨੋਂ ਪਰਮਾਤਮਾ ਵੱਲੋਂ ਲਿਖੇ ਗਏ ਨੇ। ਸਿਰਫ ਜਿਹੜੇ ਵਿਚਲੇ ਪੇਜ ਹੈਗੇ ਆ ਨਾ, ਉਹ ਅਸੀਂ ਖੁਦ ਨੇ ਹੀ ਬਣਾਉਣੇ ਹੈਗੇ ਆ, ਖੁਦ ਨੇ ਹੀ ਉਹਨੂੰ ਦੇਖਣਾ ਕਿ ਇਹਨਾਂ ਨੂੰ ਹੁਣ ਆਪਾਂ ਹੱਸ ਕੇ ਗੁਜ਼ਾਰਨਾ ਆ, ਰੋ ਕੇ ਗੁਜ਼ਾਰਨਾ ਆ, ਕੀ ਕਰਨਾ ਆ ਨਾ, ਕਿਹੋ ਜਿਹੀ ਸਿਚੁਏਸ਼ਨ 'ਚ ਕਿਵੇਂ ਆਪਾਂ ਰਹਿਣਾ ਹੈਗਾ ਆ, ਕਿਵੇਂ ਆਪਣੇ ਆਪ ਨੂੰ ਹੈਂਡਲ ਕਰਨਾ ਹੈਗਾ ਆ। ਸੋ ਉਹ ਚੀਜ਼ ਤੁਸੀਂ ਆਪ ਦੇਖਣੀ ਹੈਗੀ, ਆਪ ਵਿਚਾਰਨਾ ਹੈਗਾ। ਜਿੰਨਾ ਆਪਣੇ ਆਪ ਨੂੰ ਖੁਸ਼ ਰੱਖੋਗੇ ਉਹਨਾਂ ਤੁਹਾਡਾ ਆਲਾ ਦੁਆਲਾ ਵੀ ਵਧੀਆ ਰਹੂਗਾ, ਆਪਣਾ ਆਪ ਦਾ ਵੀ ਵਧੀਆ ਰਹੂਗਾ। ਸੋ ਹਮੇਸ਼ਾ ਆਪਣੇ ਚੰਗੇ ਵਿਚਾਰ ਆਪਣੀ ਜ਼ਿੰਦਗੀ 'ਚ ਲੈ ਕੇ ਰੱਖੋ, ਆਪਣੇ ਆਪ ਨੂੰ ਖੁਸ਼ ਰੱਖੋ। ਜਿਹੋ ਜਿਹੀ ਵੀ ਕੋਈ ਸਿਚੁਏਸ਼ਨ ਆਏ ਉਸ ਨੂੰ ਆਪਣੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਉਹਨੂੰ ਹੈਂਡਲ ਕਰੋ, ਹੈ ਨਾ। ਕਿਸੇ ਦੇ ਉੱਪਰ ਆਪਣੇ ਆਪ ਨੂੰ ਡਿਪੈਂਡ ਨਹੀਂ ਕਰਨਾ। ਬਸ ਆਪਣੇ ਆਪ ਨੂੰ ਹਮੇਸ਼ਾ ਇਹ ਸੋਚ ਰੱਖਣੀ ਆ ਕਿ ਮੈਂ ਖੁਦ ਵਧੀਆ ਰਵਾਂ ਤੇ ਮੈਂ ਦੂਸਰਿਆਂ ਨਾਲ ਵੀ ਵਧੀਆ ਹੀ ਕਰੂੰਗਾ। ਕਿ ਜੇ ਮੇਰੀ ਕਿਸੇ ਨੂੰ ਮੇਰੀ ਕਿਸੇ ਟਾਈਮ ਹੈਲਪ ਦੀ ਲੋੜ ਹੈ ਤੇ ਮੈਂ ਖੁਦ ਹੈਲਪ ਕਰੂੰਗਾ। ਕਦੀ ਇਹ ਨਹੀਂ ਸੋਚਣਾ ਕਿ ਹਾਂ ਵੀ ਅਸੀਂ ਹੁਣ ਵੀ ਬੈਠ ਗਏ ਆ ਤੇ ਹੁਣ ਸਾਡੇ ਲਈ ਕੋਈ ਆ ਕੇ ਸਾਡੇ ਮੂੰਹ 'ਚ ਪਾਣੀ ਪਾਏ ਜਾਂ ਕੁਛ ਵੀ ਆ ਨਾ। ਆਪਾਂ ਕਈ ਵਾਰੀ ਸੋਚਦੇ ਆ ਨਾ ਕਿ ਹਾਂ ਵੀ ਕੋਈ ਨਾ, ਅਸੀਂ ਇੱਥੇ ਫੋਨ ਕਰਦੇ ਆ, ਉਹਨਾਂ ਨੂੰ ਬੁਲਾ ਲੈਂਦੇ ਆ, ਇਹ ਕਰਦੇ ਆ, ਉਹ ਕਰਦੇ ਆ ਨਾ। ਸੋ ਆਪਣੇ ਆਪ ਨੂੰ ਤੇ ਆਪਾਂ ਸੰਭਾਲ ਸਕਦੇ ਨਾ। ਜਿਹੜਾ ਇਨਸਾਨ ਆਪਣੇ ਆਪ ਦੀ ਕੇਅਰ ਨਹੀਂ ਕਰ ਸਕਦਾ, ਆਪਣੇ ਆਪ ਦੇ ਆਲੇ ਦੁਆਲੇ ਨੂੰ ਨਹੀਂ ਸਾਫ਼ ਸੁਥਰਾ ਰੱਖ ਸਕਦਾ, ਉਹ ਇਨਸਾਨ ਦੂਸਰੇ ਬਾਰੇ ਕੀ ਸੋਚੂਗਾ। ਸੋ ਇੰਨਾ ਕੁ ਆਪਣੇ ਆਪ ਨੂੰ ਸਟਰੋਂਗ ਬਣਾਓ, ਇੰਡੀਪੈਂਡੈਂਟ ਬਣਾਓ ਕਿ ਆਪਣੇ ਆਪ ਨੂੰ ਕਿਸੇ ਤੇ ਡਿਪੈਂਡ ਨਾ ਕਰੋ। ਸੋ ਅੱਜ ਮੇਰੀ ਬੇਟੀ ਉਪਮ ਕੌਰ ਹੰਸ ਮੇਰੇ ਨਾਲ ਸਟੂਡੀਓ ਆਈ ਆ। ਉਹ ਤੁਹਾਨੂੰ ਉਸਨੇ ਮਤਲਬ ਕਿ ਇੱਕ ਕੀਰਤਨ ਕਲਾਸ ਸ਼ੁਰੂ ਕੀਤੀ ਆ, ਗੁਰਬਾਣੀ ਪਾਠ ਕਲਾਸ ਸ਼ੁਰੂ ਕੀਤੀ, ਤੇ ਉਹਨੂੰ ਵੀ ਥੋੜਾ ਸੀਗਾ ਸ਼ੌਂਕ ਕਿ ਮੈਂ ਆਪਣੇ ਆਪ ਨੂੰ ਟੀਵੀ ਤੇ ਰਿਪਰੈਜ਼ੈਂਟ ਕਰਾਂ। ਸੋ ਅੱਜ ਮੇਰੀ ਬੇਟੀ ਉਪਮ ਕੌਰ ਤੁਹਾਨੂੰ ਪਹਿਲੀ ਪੌੜੀ ਦਾ ਪਾਠ ਸੁਣਾਏਗੀ, ਜਪਜੀ ਸਾਹਿਬ ਜੀ ਦਾ ਮੂਲ ਮੰਤਰ ਸਾਹਿਬ ਜੀ ਦਾ ਪਾਠ ਸੁਣਾਏਗੀ। ਤੇ ਮੇਰੇ ਵੱਲੋਂ ਹੋਈ ਕੋਈ ਵੀ ਗਲਤੀ, ਭੁੱਲ ਚੁੱਕ ਪ੍ਰੋਗਰਾਮ ਦੇ ਦੌਰਾਨ ਹੋਈ ਕੋਈ ਗਲਤ ਮੈਂ ਬੋਲ ਗਈ ਹੋਵਾਂ ਤਾਂ ਮੈਨੂੰ ਮਾਫ ਕਰਨਾ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਸਟੂਡੀਓ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਫਿਲਾ ਟੀਵੀ ਤੇ ਸਕਰੀਨ ਤੇ ਨੰਬਰ ਆ ਰਿਹਾ ਹੋਏਗਾ, ਤੁਸੀਂ ਕਾਲ ਕਰ ਸਕਦੇ ਹੋ 905 601 1300 ਤੇ, ਜਾਂ ਤੁਸੀਂ ਈਮੇਲ ਦੇ ਰਾਹੀਂ ਆਪਣੇ ਸੁਝਾਅ ਆਪਣੇ ਵਿਚਾਰ ਸਾਡੇ ਪ੍ਰੋਗਰਾਮ ਰਾਹੀਂ ਸੈਂਡ ਕਰ ਸਕਦੇ ਹੋ ਜੀ। ਹੁਣ ਉਪਮ ਕੌਰ ਹੰਸ ਮੇਰੀ ਬੇਟੀ ਤੁਹਾਨੂੰ ਪਹਿਲੀ ਪੌੜੀ ਦਾ ਪਾਠ ਸੁਣਾਏਗੀ। ਪ੍ਰੋਗਰਾਮ ਦੇ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਮਾਫ ਕਰਿਓ ਜੀ। ਅਗਲੇ ਹਫਤੇ ਫਿਰ ਲੈ ਕੇ ਹਾਜ਼ਰ ਹੋਵਾਂਗੇ ਜੀ ਪ੍ਰੋਗਰਾਮ ਅੰਮ੍ਰਿਤ ਸਾਗਰ। ਤਾਂ ਤੱਕ ਦੇ ਲਈ ਮੈਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
एक ओंकार सतम नाम करता पुरख निरावै कार मूरख जोनी सपन गुरप्रसाद जप आज सच जुगाद सच है पी सच नानक होसी पी सच। वाहिगुरु जी का खालसा वाहिगुरु जी की फतेह।